असलामुअलैकुम दोस्तों रंधावा व्लॉग यूट्यूब चैनल ते खुश आमदीद। हाँ जी, उम्मीद करते तमाम दो ठीक ठाक होणगे। हाँ जी दोस्तों, अज असी मौजूद आ जी हवेली लखां भाई अफजल वट्टू साहब दे कोल मौजूद हाँ। ते इन्हां दे ट्रैक्टर दी जिहड़ी सैटिंग होण वाली है हाइड्रालिक दी, ते ओह सैटिंग करदे आ। भाई आसफ खिची साहब जिहड़े ओह सैटिंग करनगे और सैटिंग दे बारे मुकम्मल जिहड़ी है तुहानूं प्रैक्टिकली समझाउणगे कि ओह सैटिंग जिहड़ी किस तरह करी दी आ। तकरीबन 100 ਦੇ ਵਿੱਚੋਂ 80% ਜਿਹੜੇ 85 ਟਰੈਕਟਰ ਆ ਉਹਨਾਂ ਦੀ ਇਹ ਸੈਟਿੰਗ ਕਰਨੀ ਪੈਂਦੀ ਆ। ਔਰ ਕੱਲੀ ਗੱਲਬਾਤ ਜਿਹੜੀ ਆ ਭਾਈ ਆਸਫ ਖਿੱਚੀ ਸਾਹਿਬ ਸਮਝਾ ਦੇਣਗੇ ਔਰ ਹਰ ਬੰਦਾ ਇਹ ਆਪਣੇ ਇਹ ਟਰੈਕਟਰ ਦੀ ਇਹ ਸੈਟਿੰਗ ਇਹ ਕਰ ਸਕੇਗਾ। ਦੋਸਤੋ ਅੱਜ ਅਸੀਂ ਭਾਈ ਮੁਹੰਮਦ ਅਫਜ਼ਲ ਵੱਟੂ ਸਾਹਿਬ ਹੋਰਾਂ ਦੇ ਕੋਲ ਆਏ ਸੀ ਇਹਨਾਂ ਦਾ ਟਰੈਕਟਰ ਦੇਖਣ। ਕਾਫੀ ਨਾਲ ਦੋਸਤ ਹੋਰ ਵੀ ਆ, ਆਪਣੇ ਮਹਿਮਾਨ ਆਏ ਸੀ, ਉਹ ਵੀ ਟਰੈਕਟਰ ਦੇਖਣ ਹੀ ਆਇਆ ਬਾਈਰਾਂ ਦਾ। ਤੇ ਮਾਸ਼ਾਅੱਲਾ ਇਹਨਾਂ ਨੇ ਟਰੈਕਟਰ ਬੜਾ ਸਾਂਭ ਕੇ ਰੱਖਿਆ ਹੋਇਆ। ਤੇ ਮੈਂ ਵੱਟੂ ਸਾਹਿਬ ਹੋਰਾਂ ਦੇ ਨਾਲ ਕੋਈ ਦੋ ਚੰਦ ਗੱਲਾਂ ਕਰਨਾ ਚਾਹਾਂਗਾ ਤੇ ਕਿਹੜੀਆਂ ਟਰੈਕਟਰ ਆਪਾਂ ਨਵਾਂ ਲੈਣੇ ਆ ਨਾ ਤੇ ਇਹਨਾਂ ਚੀਜ਼ਾਂ ਨੂੰ ਦੇਖਣਾ ਚਾਹੀਦਾ ਹੈ। अस्सलाम वालेकुम जी। वालेकुम सलाम। की हाल है बट्टू साहब जी मैं ठीक हाँ। तो तुहानू सारे दोस्तों को वेलकम करना जनाब आसफ भाई वाला साहब राशिद भाई ते अब्दुरमान भाई। अच्छा ना बट्टू साहब, मैं सारा ट्रैक्टर थोड़ा घूम के देखिया हैगा ते मैं जो ना पिछे देखना चाहना भी आप जो ट्रैक्टर नवा लै गए ना तो हाइड्रोलिक की एडजस्टमेंट करानी पैंदी है। जी जी कुछ चीज़ां होर भी ने जिहड़ियां अपने दिखावणियां पैंदियां ने वाही विच चलावण तो पहले। ਤੇ ਮੈਂ ਦੇਖਿਆ ਵੀ ਹਾਈਡ੍ਰੋਲਿਕ ਦੀ ਐਡਜਸਟਮੈਂਟ ਤੁਸੀਂ ਕਰਾਈ ਹੈ ਕਿਸੇ ਮਿਸਤਰੀ ਤੋਂ ਕਰਾਈ ਹੈ ਜਾਂ ਕਿਵੇਂ ਨਹੀਂ ਕਰਾਈ ਆ? ਮੈਨੂੰ ਬਿਹਤਰ ਨਹੀਂ ਲੱਗੀ। ਮੈਂ ਆਪਣੇ ਵੀਰ ਬਰਾਮ ਦੱਸਦਾ ਚੱਲਾਂ ਵੀ ਜਦੋਂ ਟਰੈਕਟਰ ਮੈਂ 0 ਮੀਟਰ ਲਿਆਂਦਾ ਸੀ ਨਾ, ਇਹ ਆਂਦਾ ਬਈ ਨਾ ਟੁਬੀਆਂ ਮਾਰਦਾ ਹੈਗਾ। ਮਤਲਬ ਵੀ ਜਦੋਂ ਇਹਨੂੰ ਹਲ ਵਾਵਣੇ ਨਾ, ਹਾਲਾਂਕਿ ਕੰਪਨੀ ਨੂੰ ਚਾਹੀਦਾ ਵੀ ਪਹਿਲੇ ਇਹਦੀ ਟੈਸਟਿੰਗ ਤੇ ਕਰਨ ਫੀਲਡ 'ਚ, ਫਿਰ ਇਹਨੂੰ ਪਾਸ ਕਰਨ, ਫਿਰ ਕਿਸਾਨ ਦੇ ਹਵਾਲੇ ਕਰਨ। ਇਹਨੂੰ ਮੈਂ ਜਦੋਂ ਚਲਾਉਂਦਾ ਜੇ ਕਦੇ ਹਲ ਨਾਲ ਜ਼ਿਆਦਾ ਲੱਗ ਜਾਂਦੀਆਂ ਜਾਂ ਕਦੇ ਥੋੜੀ ਚੁੱਕਣਾ ਤੇ ਚੁੱਕਿਆ ਜਾਂਦਾ ਸੀ। ਫਿਰ ਇੱਥੇ ਲੋਕਲ ਮਿਸਤਰੀ ਤੋਂ ਮੈਂ ਜਨਾਬ ਇਹਦੀ ਐਡਜਸਟਮੈਂਟ ਕਰਵਾਈ ਹੈ। ਤੇ ਐਡਜਸਟਮੈਂਟ ਕਰਵਾਉਣ ਤੋਂ ਬਾਅਦ ਮੈਨੂੰ ਜਿਹੜੀ ਜ਼ਿਆਦਾ ਨੁਕਸ ਲੱਗਿਆ ਉਹ ਆ ਜਿਹੜੀਆਂ ਨੇ ਲਿੰਕਨ ਉਹ ਥੱਲੇ ਚਲੀਆਂ ਗਈਆਂ। ਇਹ ਥੱਲੇ ਟਿਊਬਾਂ ਦੇ ਉੱਪਰ ਨਾ ਨਿਸ਼ਾਨ ਬਣਦੇ ਪਏ ਨੇ। ਤੇ ਮੇਰਾ ਖਿਆਲ ਹੈ ਵੀ ਉਹ ਫਿਰ ਮੈਂ ਉਹਨੂੰ ਮਿਸਤਰੀ ਨੂੰ ਕਿਹਾ ਵੀ ਯਾਰ ਇਹ ਕੀ, ਉਹਨੇ ਕਹਣ ਜੀ ਇਹਦੇ ਗੋਡਾ ਜਿਹੜਾ ਹੈ ਇਹਨੂੰ ਗੋਡਾ ਹੀ ਕਹਿੰਦੇ ਨੇ, ਮੋਟੀ ਆਰਮ ਇਹਨੂੰ ਬਾਹਰ ਕੱਢਣਾ ਪਵੇਗਾ, ਫਿਰ ਇਹਦੀ ਐਡਜਸਟ ਕਰਨੀ ਪਵੇਗੀ। ਤੇ ਮੇਰਾ ਖਿਆਲ ਅਗਰ ਕੰਪਨੀ ਕਰ ਦਿੰਦੀ ਤੇ ਬਿਹਤਰ ਹੋਣਾ ਸੀ। ਬਾਕੀ ਹੁਣ ਤੁਸੀਂ ਆਸ ਬਈ ਕਾਫੀ ਦੇਰ ਤੋਂ ਚਲਾਉਂਦੇ ਪਏ ਹੋ, ਮੈਂ ਤਾਂ ਜ਼ਿਆਦਾ ਚਲਾਇਆ ਬਿਲਾਰਸ, ਉਹਦਾ ਮੈਨੂੰ ਪਤਾ ਉਹਦੇ ਵਿੱਚ ਜਿਹੜਾ ਰੌਲਾ ਕੋਈ ਨਹੀਂ ਹੁੰਦਾ। ਜੋ ਦੋਨੋਂ ਦੇ ਵਿੱਚ ਮਤਲਬ ਵੀ ਪ੍ਰੋਬਲਮ ਨਜ਼ਰ ਆਉਂਦੀ ਵੀ ਉਹ ਸਾਨੂੰ ਵੀ ਦੱਸ ਦਿਓ, ਸਾਡੇ ਵੇਖਣ ਵਾਲੇ ਨੂੰ ਦੱਸ ਦਿਓ। हाँ जी ਇਨਸ਼ਾਅੱਲਾ ਜਿਹੜਾ ਤੁਹਾਨੂੰ ਅਸੀਂ ਦੱਸਣ ਲੱਗੇ ਆ ਨਾ ਉਹ ਇਹ ਹੈ ਕਿ ਮੈਂ ਤੁਹਾਨੂੰ ਚੈੱਕ ਕਰਦੇ ਆ ਭਾਈਰਾਂ ਦੇ ਟਰੈਕਟਰ ਨੂੰ ਹਾਈਡ੍ਰੋਲਿਕ, ਮੈਨੂੰ ਇਹਨਾਂ ਦੀ ਐਡਜਸਟ ਠੀਕ ਨਹੀਂ ਲੱਗ ਰਹੀ। ਮੈਂ ਇਹਨੂੰ ਸਟਾਰਟ ਕਰਨਾ ਇੱਕ ਮਿੰਟ ਜੀ, ਐਡਜਸਟਮੈਂਟ ਤੁਹਾਨੂੰ ਦੱਸਦੇ ਵੀ ਹੈ ਤੇ ਜਿਹੜਾ ਇਹ ਆਰਮ ਵਾਲਾ ਦੱਸ ਰਿਹਾ ਹੈ ਨਾ ਤੇ ਇਹ ਬਿਲਕੁਲ ਸੱਚਾ ਹੈ। ਹੁਣ ਤੁਸੀਂ ਇਹ ਦੇਖੋ ਨਾ, ਹਾਲਾਂਕਿ ਐਦਲਾ ਆਰਮ ਲੱਗਦਾ ਹੁੰਦਾ ਥੱਲੇ, ਇਹ ਟਿਊਬ ਦੇ ਉੱਤੇ ਗੋਰਾ ਪੈ ਜਾਂਦਾ ਥੱਲੇ, ਮੈਂ ਤੁਹਾਨੂੰ ਦਿਖਾਉਂਦਾ ਵੀ ਹਾਂ। ਐਦਲਾ ਨਹੀਂ ਲੱਗਦਾ ਹੁੰਦਾ, ਲੇਕਿਨ ਇੰਨੇ ਨੀਵੇਂ ਹੈ, ਐਦਲਾ ਵੀ ਹੁਣ ਲੱਗ ਰਹੀ ਹੈਗਾ। ਤੇ ਇਹ ਹੁਣ ਇੱਥੇ ਨਿਸ਼ਾਨ ਪੈ ਜਾਣਾ ਚੰਗਾ ਭਲਾ। ਹੁਣ ਇਹ ਕੀ ਕਰਨਾ ਪੈਣਾ, ਕਾਬਲਾ ਖੁਲਾ ਕੇ ਵਿੱਚ ਇੱਥੇ ਇੱਕ ਜਰੀ ਹੁੰਦੀ ਹੈ ਉਹ ਬੰਦ ਕੀਤੀ ਹੁੰਦੀ ਹੈ, ਉਹਨੂੰ ਗ੍ਰਾਈਂਡਰ ਨਾਲ ਖੋਲ ਕੇ ਥੋੜੇ ਜਿਹੇ ਗੋਡੇ ਉੱਤੇ ਚੱਕੇ ਜਾਣੇ ਆ, ਐਦਲਾ ਤੇ ਐਦਲਾ ਬਰਾਬਰ, ਤੇ ਫਿਰ ਜਿਹੜਾ ਇਹ ਨਿਸ਼ਾਨ ਨਹੀਂ ਪਏਗਾ। ਠੀਕ ਹੈ ਨਾ। ਹੁਣ ਇਸ ਤੋਂ ਇਲਾਵਾ ਆਪਾਂ ਚੈੱਕ ਕਰਦੇ ਹਾਂ ਕਿ ਇਹ ਟਰੈਕਟਰ, ਮੈਨੂੰ ਆਵਾਜ਼ ਤੋਂ ਲੱਗਿਆ ਹੈ ਵੀ ਟਰੈਕਟਰ ਦਾ ਹਾਈਡ੍ਰੋਲਿਕ ਓਵਰਲੋਡ ਹੈ। ਟਰੈਕਟਰ ਦਾ ਹਾਈਡ੍ਰੋਲਿਕ ਅਗਰ ਓਵਰਲੋਡ ਹੋਵੇ ਨਾ ਤੇ ਆਪਾਂ ਰੇਸ ਦੇ ਵਿੱਚ ਵਾਹੀਏ ਜਾਂ ਕਿਸੇ ਟਰਾਲਾ ਚੱਕਣਾ ਹੈ ਤੇ ਆਪਾਂ ਫੁੱਲ ਜਦੋਂ ਚੱਕਦੇ ਹਾਂ ਤੇ ਹਾਈਡ੍ਰੋਲਿਕ ਲੋਡ ਦੇ ਵਿੱਚ ਹੋਵੇ ਤੇ ਹਾਈਡ੍ਰੋਲਿਕ ਟਾਪੇ ਪਾਟ ਜਾਂਦੇ ਹੁੰਦੇ ਆ। ਤੇ ਅੱਜ ਤੁਹਾਨੂੰ ਦੱਸਣਾ ਵੀ ਐਡਜਸਟਮੈਂਟ ਦਾ ਕੀ ਤਰੀਕਾ ਕਰ ਹੈ, ਲੇਕਿਨ ਪਹਿਲੇ ਚੈੱਕ ਕਰਦੇ ਹਾਂ। ਫੁੱਲ ਚੱਕ ਰਹੇ ਹੋ ਦੋਵੇਂ ਲਿਵਰ ਚੱਕ ਰਹੇ ਪਿਆ ਜਿੱਤੇ। ਇੱਥੇ ਟਰੈਕਟਰ ਬੰਦ ਕਰ ਦਿਓ। ਹੁਣ ਪਹਿਲੇ ਤਾਂ ਤੁਹਾਨੂੰ ਦਿਖਾਣਾ ਹੈ, ਇਹ ਦੇਖੋ ਇਹ ਹੁਣ ਟਿਊਬ ਦੇ ਉੱਤੇ ਕਿੱਡਾ ਸੁਰਾਖ ਹੋਇਆ ਖੜਾ ਹੈ, ਠੀਕ ਹੈ ਨਾ, ਲਿੰਕ ਲੱਗ ਕੇ। ਦੂਸਰੀ ਤਰਫ ਵੀ ਉਹ ਲਿੰਕ ਹੁਣ ਲੱਗਣਾ ਸ਼ੁਰੂ ਹੋ ਗਈ ਹੈ। ਜੇ ਖਿਆਲ ਨਾ ਹੋਵੇ ਤੇ ਜ਼ਿਆਦਾ ਅੱਗੇ ਫਿਰ ਨੁਕਸਾਨ ਕਰਦਾ ਜਾਏਗਾ, ਮੈਂ ਟੋਇਆ ਬਣਦਾ ਜਾਏਗਾ। ਸਹੀ ਹੈ। ਹੁਣ ਆਪਾਂ ਤਾਂ ਦੇਖਣਾ ਹੈ ਵੀ ਓਵਰਲੋਡਿੰਗ ਨੂੰ, ਠੀਕ ਹੈ ਨਾ, ਹਾਈਡ੍ਰੋਲਿਕ ਓਵਰਲੋਡ ਹੀ ਹੈ ਵੀ ਹੁਣ ਦੇਖੋ ਇਹਦੇ ਰਾਮ ਸਿਲੰਡਰ ਦੇ ਵਿੱਚ ਨਾ ਗੈਪ ਨਹੀਂ ਹੈਗਾ। ਇਹ ਵੇਖੋ, ਇਹ ਤੁਸੀਂ ਆਰਮ ਦੇਖ ਰਹੇ ਨੇ ਬਿਲਕੁਲ ਹੁਣ ਉਤਾਂ ਨਹੀਂ ਚੌੜ ਹੈ। ਠੀਕ ਹੈ ਨਾ। ਕਮ ਸੇ ਕਮ ਇਹਨਾਂ ਦੇ ਵਿੱਚ ਪਲੇ ਹੋਣੀ ਚਾਹੀਦੀ ਹੈ। ਠੀਕ ਹੈ ਨਾ, ਇਹਨਾਂ ਦੇ ਵਿੱਚ ਪਲੇ ਹੋਣੀ ਚਾਹੀਦੀ। ਇਸ ਟਾਈਮ ਇਹ ਜਿਹੜਾ ਹਾਈਡ੍ਰੋਲਿਕ ਹੈ ਨਾ ਇਹ ਓਵਰਲੋਡ ਚੱਲ ਰਹੀ ਹੈਗਾ। ਠੀਕ ਹੈ, ਬਹੁਤ ਜ਼ਿਆਦਾ ਲਿੰਕਾਂ ਉਤਾਂ ਉੱਠ ਰਹੀਆਂ ਹੈਗੀਆਂ। ਠੀਕ ਹੈ। ਹੁਣ ਆਪਾਂ ਇਹਨਾਂ ਨੂੰ ਐਡਜਸਟ ਜਦੋਂ ਕਰਨਾ ਹੈ ਨਾ ਤੇ ਇਹਦਾ ਤਰੀਕਾਕਾਰ ਐਡਜਸਟ ਕਰਨ ਦਾ ਇਹ ਹਰ ਬੰਦੇ ਨੂੰ ਵੇਖ ਲੈਣਾ ਚਾਹੀਦਾ ਹੈ ਆਪਣੇ ਹਾਈਡ੍ਰੋਲਿਕ ਨੂੰ। ਠੀਕ ਹੈ ਨਾ ਕਿ ਇਹਨਾਂ ਨੂੰ ਨੁਕਸਾਨ ਹੋ ਜਾਵੇ। ਐਡਜਸਟ ਕਰਨ ਦਾ ਹੁਣ ਤਰੀਕਾਕਾਰ ਇਹ ਹੈ, ਆਪਾਂ ਦੋਵੇਂ ਲੀਵਰ ਥੱਲੇ ਕਰ ਦੇਣੇ, ਇਹ ਲੀਵਰ ਉੱਤੇ ਹੀ ਰਹਿਣ ਦੇਣਾ, ਇਹ ਲੀਵਰ ਥੱਲੇ ਕਰ ਦੇਣਾ ਪੋਜੀਸ਼ਨ ਵਾਲਾ। ਇੱਥੇ ਹੁਣ ਮੈਂ ਪੋਜੀਸ਼ਨ ਤੇ ਆਪਣੇ ਪੋਜੀਸ਼ਨ ਔਰ ਡਰਾਫਟ ਬਾਰੇ ਦੱਸਦਾ ਜਾਵਾਂ। ਇਹ ਡਰਾਫਟ ਹੈ, ਇਹ ਪੋਜੀਸ਼ਨ ਹੈ।
ਇਹ ਜਿਹੜਾ ਡਰਾਫਟ ਹੁੰਦਾ ਹੈ ਨਾ, ਇਹ ਹੁੰਦਾ ਹੈ ਜਿਹੜੇ ਔਜ਼ਾਰ ਆਪਾਂ ਜ਼ਮੀਨ ਦੇ ਵਿੱਚ ਚਲਾਉਣੇ ਨੇ ਉਹ ਆਪਾਂ ਇਹਦੇ ਨਾਲ ਇਸਤੇਮਾਲ ਕਰਦੇ ਹਾਂ। ਪੋਜੀਸ਼ਨ ਉਤਾਂ ਹੀ ਰਹੇਗਾ, ਠੀਕ ਹੈ ਨਾ। ਤੇ ਇਹਦੇ ਨਾਲ ਆਪਾਂ ਜਿਹੜੇ ਜ਼ਮੀਨ ਦੇ ਵਿੱਚ ਔਜ਼ਾਰ ਚਲਾਣੇ ਆ ਉਹ ਇਹ ਡਰਾਫਟ ਨਾਲ ਚੱਲਣਗੇ, ਤੇ ਜਿਹੜੇ ਪੋਜੀਸ਼ਨ ਨਾਲ ਚਲਾਉਣੇ ਨੇ ਉਹ ਆਪਾਂ ਇਸ ਪੋਜੀਸ਼ਨ ਨਾਲ ਉਹ ਔਜ਼ਾਰ ਚਲਾਉਣੇ ਨੇ ਜਿਹੜੇ ਜ਼ਮੀਨ ਦੇ ਉੱਤੇ ਚੱਲਦੇ ਨੇ, ਜਿਵੇਂ ਕਿ ਟੋਕਾ ਹੋ ਗਿਆ, ਲਾਈਨਰ ਹੋ ਗਿਆ, ਇਸ ਤਰੀਕੇ ਕਾਫੀ ਚੀਜ਼ਾਂ ਨੇ ਜਿਹੜੀਆਂ ਜ਼ਮੀਨ ਦੇ ਉੱਤੇ ਚੱਲਦੀਆਂ ਨੇ, ਉਹ ਆਪਾਂ ਪੋਜੀਸ਼ਨ ਨਾਲ ਚਲਾਉਣਾ ਹੁੰਦਾ ਹੈ। ਹਾਂਜੀ ਹਾਂ, ਕਿਰਾਇਆ ਵਗੈਰਾ ਵੀ ਲੈਵਲ ਕਰਨ ਵਾਸਤੇ। ਅੱਛਾ, ਹੁਣ ਆਪਾਂ ਐਡਜਸਟਮੈਂਟ ਦੀ ਕਰਨੇ ਆ ਜੀ। ਹੁਣ ਇਹ ਲੀਵਰ ਆਪਾਂ ਡਰਾਫਟ ਵਾਲਾ ਉੱਤੇ ਰਹਿਣ ਦੇਣਾ ਹੈ, ਜਿਹੜਾ ਪੋਜੀਸ਼ਨ ਹੈ ਇਹ ਆਪਾਂ ਥੱਲੇ ਕਰ ਦੇਣਾ। ਹੁਣ ਤੁਸੀਂ ਮਾਰੋ ਜੀ ਸਲਫ, ਹੁਣ ਹਾਈਡ੍ਰੋਲਿਕ ਥੱਲੇ ਆ ਰਹੀ ਹੈ, ਹੁਣ ਡਰਾਫਟ ਉੱਤੇ ਹੀ ਹੈ ਲੇਕਿਨ ਹਾਈਡ੍ਰੋਲਿਕ ਥੱਲੇ ਜਾ ਰਹੀ ਹੈ। ਹੁਣ ਆਪਾਂ ਪੋਜੀਸ਼ਨ ਜਿਹੜਾ ਹੈ ਨਾ ਇਹਨੂੰ ਫੁੱਲ ਚੱਕਾਂਗੇ ਤੇ ਹਟ ਕੇ ਇਹ ਉੱਥੇ ਆਦੀ ਜਗ੍ਹਾ ਤੇ ਆ ਜਾਵੇਗਾ ਜਿੱਥੇ ਇਹ ਓਵਰਲੋਡ ਵਿੱਚ ਹੈ। ਹੁਣ ਆਪਾਂ ਪੋਜੀਸ਼ਨ ਲੀਵਰ ਨੂੰ ਨਾ ਥੋੜ੍ਹਾ ਥੱਲੇ ਕਰਨਾ ਹੈ, ਲਾਈਕਾਂ ਥੋੜ੍ਹੀਆਂ ਥੱਲੇ ਹੋ ਜਾਣਗੀਆਂ, ਉਹ ਆਉਣਗੀਆਂ। ਇੱਥੇ ਹੁਣ ਆਪਾਂ ਇਹ ਚੈੱਕ ਕਰਨਾ ਹੈ, ਲਾਈਕਾਂ ਥੱਲੇ ਹੋ ਆਈਆਂ ਲੱਗੇ ਨਾ। ਹੁਣ ਆਪਾਂ ਚੈੱਕ ਕਰਨਾ ਆਰਮ ਦੇ ਕੇ ਪਲੇ ਆ ਜਾਏਗੀ, ਇਹ ਪਲੇ ਆ ਗਈ ਨਾ। ਹੁਣ ਇੱਧਰ ਵੀ ਦੇਖ ਲਓ ਕਿ ਇਸ ਟਾਈਮ ਜਦੋਂ ਹੱਲਾਂ ਜਾਂ ਕੋਈ ਚੀਜ਼ ਵੀ ਇਹਦੇ ਪਿੱਛੇ ਪੈ ਗਈ, ਬਿਹਤਰੀਨ ਉੱਤੇ ਚੁੱਕਾ ਜਾਵੇਗਾ ਨਹੀਂ ਇਹਨੂੰ ਜੀ। ਤੇ ਇਹ ਹੁਣ ਗੈਪ ਵੀ ਆ ਗਿਆ ਆਰਾਮ ਸਿਲੰਡਰ ਦੇ ਵਿੱਚ, ਠੀਕ ਹੈ ਨਾ। ਹੁਣ ਇਹ ਬਿਲਕੁਲ ਇਹਦੀ ਐਡਜਸਟ ਓਕੇ ਹੋ ਗਈ ਹੈ। ਇਸ ਤੋਂ ਤੁਸੀਂ ਅਗਰ ਇਹਦੀ ਕੋਈ ਹੋਰ ਵੀ ਉਤਾਂ ਚੱਕਣਾ ਚਾਹੋ ਤਾਂ ਟਰੈਕਟਰ ਚਾਹ ਕੇ ਥੋੜ੍ਹਾ ਜਿਹਾ ਹੋਰ, ਯਾਨੀ ਕਿ ਪਹਿਲੇ ਆਪਾਂ ਥੋੜੀ ਜਿਹੀ ਰੱਖਣੀ ਹੈ, ਇੰਨੀ ਜ਼ਿਆਦਾ ਵੀ ਨਹੀਂ ਰੱਖਣੀ ਵੀ ਜ਼ਿਆਦਾ ਹੀ ਪਲੇ ਹੋਵੇ। ਸਟਾਰਟ ਕਰਿਆ ਜੀ ਕਿ ਥੋੜ੍ਹਾ ਜਿਹਾ ਹੋਰ ਉੱਤੇ ਥੋੜ੍ਹਾ ਜਿਹਾ ਚੁੱਕ ਲਈਏ, ਥੋੜੀ ਜਿਹੀ ਪਲੇ ਰੱਖਣੀ। ਠੀਕ ਹੈ, ਇੱਥੇ ਹੁਣ ਉਹ ਕੰਪਨੀ ਨੇ 2 ਨਟ ਦਿੱਤੇ ਹੋਏ ਨੇ, ਬੰਦ ਕਰ ਦਿਓ। ਇਹ ਲੀਵਰ ਆਪਾਂ ਇੱਥੇ ਰੋਕ ਲਿਆ, ਅੱਗੇ ਲੀਵਰ ਇੱਥੇ ਪਿੱਛੇ ਹੈਗਾ ਸੀ, ਇਹ ਹੁਣ ਅੱਗੇ ਲੀਵਰ ਟੁਰ ਗਿਆ। ਹੁਣ ਆਪਾਂ ਇਹ ਜਿਹੜੀ ਐਡਜਸਟ ਹੈ ਕਾਬਲੇ ਖੋਲ ਕੇ ਤੇ ਇਹਦੇ ਨਾਲ ਲੈ ਦੇਸਾਂ ਤਾਂ ਕਿ ਪੋਜੀਸ਼ਨ ਲੀਵਰ ਜਿਹੜਾ ਹੈ ਨਾ ਇਹ ਪਿੱਛੇ ਨਾ ਆਵੇ। ਲੋ ਜੀ, ਇੰਨਾ ਕੰਮ ਹੈ। ਹੁਣ ਲੀਵਰ ਇਸ ਤੋਂ ਪਿੱਛੇ ਆਵੇਗਾ ਹੀ ਨਹੀਂ ਕਦੇ ਵੀ, ਚਾਹੇ ਡਰਾਈਵਰ ਫਿਰ ਅਣਜਾਣ ਵੀ ਉੱਤੇ ਬਹਿ ਜਾਵੇ ਨਾ। ਤੇ ਇਹ ਹੁਣ ਲਾਕ ਹੋ ਗਿਆ, ਇਸ ਤੋਂ ਥੱਲੇ ਤਾਂ ਜਾ ਸਕਦਾ ਹੁਣ, ਤੇ ਉੱਤੇ ਨਹੀਂ ਲੀਵਰ ਆਵੇਗਾ। ਜਦੋਂ ਉੱਤੇ ਨਹੀਂ ਆਵੇਗਾ ਤਾਂ ਲੈਂਕਾਂ ਹੋਰ ਉੱਤੇ ਚਮਣ ਨਹੀਂ ਗਿਆ ਤੇ ਓਵਰਲੋਡ ਇਹ ਚੱਲੇਗਾ ਨਹੀਂ। ਮਤਲਬ ਟਾਪਾ ਪਟਣ ਦੀ ਜਿਹੜੀ ਹੈ ਨਾ ਖਤਰਾ ਟਲ ਗਿਆ। ਹਾਂ, ਟਲ ਗਿਆ ਹੈ। ਇਹ ਲਓ ਜੀ ਤੇ ਹੁਣ ਆ ਵੇਖੋ ਬਿਲਕੁਲ ਇੱਥੇ ਕੰਮ ਓਕੇ ਹੋ ਗਿਆ। ਟਿਊਬ ਦੀ ਸੇਫਟੀ ਉਹਦਾ ਆਰਮ ਤੋਂ ਹੋਵੇਗੀ, ਉਹ ਆਰਮ ਤੋਂ ਹੋਵੇਗੀ। ਜਦੋਂ ਆਪਾਂ ਆਰਮ ਇੱਥੋਂ 2 ਚੂੜੀਆਂ ਉਹਦਾ ਚੱਕਾਂਗੇ ਨਾ ਖੋਲ ਕੇ, ਇਹ ਕਾਬਲੇ ਦਿੱਤੇ ਹੋਏ ਆ, ਇਹ ਖੋਲ ਕੇ 2 ਚੂੜੀਆਂ ਆਰਮ ਉਹਦਾ ਚੱਕਾਂਗੇ ਨਾ ਤੇ ਫਿਰ ਇੱਥੋਂ ਆਰਮ ਉੱਤੇ ਚੱਕੇ ਜਾਣੇ ਨੇ। ਇਹ ਇਹਨਾਂ ਚੁੱਕਣੇ ਚਾਹੀਦੇ ਨੇ ਨਾ ਹੁਣ। ਹਾਂ, ਉਹ ਲੱਗਦੀ ਪਈ ਟਿਊਬ ਦੇ ਨਾਲ ਹੈ, ਲੇਕਿਨ ਉਹ ਫਿਰ ਜਦੋਂ ਵਰਕਸ਼ਾਪ ਵਗੈਰਾ ਅੱਗੇ ਪਿੱਛੇ ਜਾਂਦੇ ਆ ਉਦੋਂ ਕਰਾ ਲੈਣਗੇ। ਫਿਰ ਵਕਤ ਇਹ ਐਡਜਸਟ ਜਿਹੜੀ ਆਪਾਂ ਕਰ ਦਿੱਤੀ ਹੈ। ਹੁਣ ਇਸ ਟਾਈਮ ਰਲਕ ਓਕੇ ਬਹੁਤ ਬਰੀਕੀ ਵਾਲਾ ਟੈਕਨੀਕਲ ਕੰਮ ਸੀਗਾ ਜਿਹੜਾ ਬਿਲਕੁਲ ਆਜ਼ਾਦ ਹੋ ਗਿਆ ਹੈ। ਮਤਲਬ ਇਹਨਾਂ ਇਸ ਚੀਜ਼ ਦਾ ਮੈਨੂੰ ਇਹਨਾਂ ਇੰਗਲਿਸ਼ ਵੀ ਮੇਰਾ ਟਰੈਕਟਰ ਓਵਰਲੋਡ ਪੈਂਦਾ ਰਹੀ ਹੈ ਤੇ ਇਹਦੇ ਟਾਪੇ ਨੂੰ ਖਤਰਾ ਸੀ। ਬਸ ਸਮਝ ਲਓ ਵੀ ਇਹ ਇਲਮ ਵਿੱਚ ਇਜ਼ਾਫਾ ਹੀ ਹੋਇਆ ਹੈ ਆਸੋ ਭਾਈ ਦੀ ਵਜ੍ਹਾ ਨਾਲ। ਉਹ ਤੁਸੀਂ ਤਾਂ ਇਸ ਬੋਲੇ ਵਿੱਚ ਰਿਹਾ ਨਾ ਵੀ ਮਿਸਤਰੀ ਨੇ ਐਡਜਸਟ ਕਰ ਦਿੱਤੀ ਹੈ, ਬਸ ਅੱਲਾਹ ਅੱਲਾਹ ਤੇ ਖੈਰ ਸਲਾ ਓਕੇ ਹੋ ਮੈਂ ਗਿਆ। ਕਹਿੰਦਾ ਵੀ ਕੰਪਨੀ ਨੂੰ ਚਾਹੀਦਾ ਫੀਲਡ ਵਰਕ ਕਰਨ, ਪਹਿਲੇ ਫੀਲਡ ਰੇਸਿੰਗ ਚਲਾਵਣ, ਪਾਸ ਫੇਲ ਕਰਨ, ਫਿਰ ਹਟ ਕੇ ਇਹਨੂੰ ਰੰਗ ਸ਼ੰਗ ਕਰਕੇ ਫਿਰ ਇਹਨੂੰ ਵੇਚਣ। ਲੇਕਿਨ ਉਹ ਕੰਪਨੀ ਜਿਹੜੀ ਹੈ ਉਹ ਬਸ ਅੰਦਰੋਂ ਬਣਾਈ ਆਉਂਦੀ ਤੇ ਬਾਹਰ ਉਵੇਂ ਕੱਢੀ ਆਉਂਦੀ। ਬਸ ਉਹ ਅਗਲੇ ਮਿਸਤਰੀ ਜਾਂ ਜਿਹੜੇ ਡੀਲਰ ਨੂੰ ਉਹਨਾਂ ਦੇ ਜ਼ਿੰਮੇ ਪਾਇਆ ਹੁੰਦਾ, ਬਲਕਿ ਕਿਸਾਨ ਦੇ ਜ਼ਿੰਮੇ ਹੈਗਾ ਨਾ ਕਿ ਕਿਸੇ ਡੀਲਰ ਦੇ ਜ਼ਿੰਮੇ।